ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਖਾਸ ਖਬਰਾਂ ਦੀ ਚਰਚਾ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ। ਖਬਰਾਂ ਜੋ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ ਤੇ ਸੁਣਦੇ ਹਾਂ, ਸਾਡੇ ਆਲੇ ਦੁਆਲੇ ਜੋ ਘਟਨਾਵਾਂ ਵਾਪਰਦੀਆਂ ਨੇ ਉਹ ਸਾਡੇ ਉੱਪਰ ਡੂੰਘਾ ਪ੍ਰਭਾਵ ਛੱਡਦੀਆਂ ਨੇ। ਸੋ ਇਸੇ ਦੇ ਕਰਕੇ ਹੀ ਅਸੀਂ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੰਦੇ ਹਾਂ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਕੁਝ ਮਾਹਰ ਮਹਿਮਾਨਾਂ ਦਾ। ਅੱਜ ਦੇ ਮਾਹਰ ਮਹਿਮਾਨ ਨੇ ਸੀਨੀਅਰ ਪੱਤਰਕਾਰ ਜੋਗਿੰਦਰ ਸੰਧੂ ਜੀ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਸੰਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ ਸੰਧੂ ਸਾਹਿਬ, ਪਹਿਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਅਸੀਂ। ਅੱਜ ਦੀ ਪਹਿਲੀ ਖਬਰ ਹੈ ਕਿ ਅੰਬਾਲਾ ਸ਼ਹਿਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਹਵਾਈ ਸੈਨਾ ਦੇ ਵਿੱਚ 5 ਰਾਫੇਲ ਜਹਾਜ਼ ਜਿਹੜੇ ਨੇ ਉਹ ਸ਼ਾਮਲ ਕਰ ਲਏ ਗਏ ਨੇ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਰਾਫੇਲ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਚਰਚਾ ਹੁੰਦਾ ਰਿਹਾ ਜੀ। ਰਾਫੇਲ ਨੂੰ ਤਕਨਾਲੋਜੀ ਦੇ ਲਿਹਾਜ਼ ਨਾਲ ਇੱਕ ਉੱਤਮ ਜਿਹੜਾ 에ਅਰਕ੍ਰਾਫਟ ਮੰਨਿਆ ਗਿਆ ਜੀ ਜੀ ਜੰਗੀ ਨਜ਼ਰੀਏ ਤੋਂ। ਔਰ ਭਾਰਤ ਨੇ ਫਰਾਂਸ ਦੇ ਨਾਲ ਜਿਹੜਾ ਸੌਦਾ ਕੀਤਾ ਸੀ, ਸਮਝੌਤਾ ਕੀਤਾ ਸੀ, ਉਹਨਾਂ ਜਹਾਜ਼ਾਂ ਦੇ ਵਿੱਚੋਂ ਪਹਿਲੇ 5 ਜਹਾਜ਼ ਜਿਹੜੇ ਰਾਫੇਲ ਸੀ ਉਹ ਪਿਛਲੇ ਮਹੀਨੇ ਭਾਰਤ ਪਹੁੰਚ ਗਏ ਸੀ ਔਰ ਉਹਨਾਂ ਨੂੰ ਕੱਲ੍ਹ ਰਸਮੀ ਤੌਰ 'ਤੇ ਜੰਗੀ ਬੇੜੇ ਦੇ ਵਿੱਚ ਸ਼ਾਮਲ ਕੀਤਾ ਗਿਆ। ਹਕੀਕਤ ਇਹ ਹੈ ਕਿ ਜਦੋਂ ਗੁਆਂਢ ਵਿੱਚ ਪਾਕਿਸਤਾਨ ਵਰਗਾ ਦੇਸ਼ ਬੈਠਾ ਹੋਵੇ, ਚੀਨ ਵਰਗਾ ਦੇਸ਼ ਬੈਠਾ ਹੋਵੇ, ਤੇ ਕਿਸੇ ਵੀ ਦੇਸ਼ ਨੂੰ ਆਪਣੀ ਸੁਰੱਖਿਆ ਵਾਸਤੇ ਇਸ ਤਰ੍ਹਾਂ ਦੇ ਬੰਦੋਬਸਤ ਜਿਹੜੇ ਉਹ ਕਰਨੇ ਪੈਂਦੇ ਆ, ਜਿਸ ਤਰ੍ਹਾਂ ਭਾਰਤ ਨੇ ਰਾਫੇਲ ਦਾ ਸੌਦਾ ਕਰਕੇ ਕੀਤਾ ਹੈ। ਰਾਫੇਲ ਨਹੀਂ, ਸਗੋਂ ਇਸ ਤੋਂ ਅੱਗੇ ਵੀ ਜੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਜਿਵੇਂ ਚੀਨ ਵੱਲੋਂ ਕੀਤੀਆਂ ਜਾ ਰਹੀਆਂ, ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ, ਇਹ ਜਾਰੀ ਰਹਿੰਦੀਆਂ ਤੇ ਸਾਨੂੰ ਆਪਣਾ ਜਿਹੜਾ ਸਾਜ਼ੋ ਸਮਾਨ ਹੈ ਇਹਨੂੰ ਹੋਰ ਜ਼ਿਆਦਾ ਅਪ ਟੂ ਡੇਟ ਅਤੀ ਆਧੁਨਿਕ ਬਣਾਉਣਾ ਪਏਗਾ। ਹੋਰ ਜ਼ਿਆਦਾ ਸਾਨੂੰ ਤਿਆਰੀਆਂ ਕਰਨੀਆਂ ਪੈਣਗੀਆਂ। ਫਿਲਹਾਲ ਆਪਾਂ ਰਾਫੇਲ ਦੀ ਹੀ ਗੱਲ ਕਰਦੇ ਹਾਂ। ਰਾਫੇਲ ਜਿਹੜਾ ਇਸ ਵੇਲੇ ਜੇ ਆਪਾਂ ਦੇਖੀਏ ਪਾਕਿਸਤਾਨ ਦੇ ਕੋਲ ਜਿਹੜੇ F-16 ਜਹਾਜ਼ ਹੈ, ਜਿਹੜੀ ਉਹਨਾਂ ਦੀ ਸਮਰੱਥਾ ਹੈ ਉਹਨਾਂ ਤੋਂ ਕਿਤੇ ਵੱਧ ਸਮਰੱਥਾ ਰਾਫੇਲ ਦੇ ਵਿੱਚ ਹੈ। ਮਾਰੂ ਸਮਰੱਥਾ, ਸਪੀਡ ਦੀ ਸਮਰੱਥਾ, ਉੱਡਣ ਦੀ ਸਮਰੱਥਾ, ਤੇਲ ਦੀ ਖਪਤ ਦੀ ਸਮਰੱਥਾ। ਔਰ ਇਸੇ ਤਰ੍ਹਾਂ ਚੀਨ ਦੇ ਕੋਲ ਜਿਹੜਾ J-20 ਸਭ ਤੋਂ ਉੱਤਮ ਜਹਾਜ਼ ਹੈ ਜਿਹੜਾ, ਉਹਦੇ ਮੁਕਾਬਲੇ ਵਿੱਚ ਵੀ ਰਾਫੇਲ ਜਿਹੜਾ ਉਹ ਬਹੁਤ ਜ਼ਿਆਦਾ ਉਹਨੂੰ ਵਧੀਆ ਤਕਨਾਲੋਜੀ ਦੇ ਨਾਲ ਲੈਸ ਕੀਤਾ ਗਿਆ ਔਰ ਬਹੁਤ ਜ਼ਿਆਦਾ ਵਧੀਆ ਸਾਜ਼ੋ ਸਮਾਨ ਦੇ ਨਾਲ ਲੈਸ ਕੀਤਾ ਗਿਆ, ਜਿਹੜਾ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਹੈ, ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਨਾਲ ਲੈਸ ਹੈ। 1 ਮਿੰਟ ਵਿੱਚ 60,000 ਫੁੱਟ ਦੀ ਉਚਾਈ ਤੱਕ ਉਡਾਨ ਭਰ ਸਕਦਾ ਹੈ ਔਰ 2200-2300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਉਹ ਦੌੜ ਸਕਦਾ ਹੈ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਉਹ ਜਿਹੜਾ ਗੋਲਾ ਬਰੂਦ ਆ ਉਹ ਲੈ ਕੇ ਜਾ ਸਕਦਾ ਹੈ। ਔਰ ਉਹਦਾ ਰਡਾਰ ਜਿਹੜਾ ਉਹ ਇੱਕੋ ਵੇਲੇ ਕਈ ਜਿਹੜੇ ਟਿਕਾਣੇ ਆ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ, ਦੁਸ਼ਮਣ ਦੇ ਟਿਕਾਣਿਆਂ ਨੂੰ ਉਹ ਨਾਸ਼ ਕਰਨ ਦੀ ਸਮਰੱਥਾ ਰੱਖਦਾ। ਨਾ ਸਿਰਫ ਉਹਨਾਂ ਉੱਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ, ਸਗੋਂ ਉਹਨਾਂ ਦਾ ਪਤਾ ਲਾਉਣ ਦੀ ਵੀ ਸਮਰੱਥਾ ਰੱਖਦਾ। ਇਹ ਸਾਰੀਆਂ ਜਿਹੜੀਆਂ ਉਹਦੀਆਂ ਖੂਬੀਆਂ ਨੇ ਰਾਫੇਲ ਦੀਆਂ, ਉਹਨਾਂ ਨੂੰ ਧਿਆਨ ਵਿੱਚ ਲੈ ਕੇ ਹੀ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਜਦੋਂ ਇਹ ਰਾਫੇਲ ਭਾਰਤੀ ਬੇੜੇ ਦੇ ਵਿੱਚ ਸ਼ਾਮਲ ਹੋ ਗਿਆ, ਭਾਰਤ ਦੀ ਜਿਹੜੀ ਹਵਾਈ ਫੌਜ ਹੈ ਉਹਦੇ ਕੋਲ ਜਦੋਂ ਰਾਫੇਲ ਆ ਗਿਆ ਤੇ ਇਹਦੇ ਸੰਬੰਧ ਵਿੱਚ ਜਿਹੜੇ ਦੁਸ਼ਮਣ ਦੇਸ਼ ਹੈ ਜਾਂ ਜਿਹੜੇ ਭਾਰਤ ਵੱਲ ਟੇਢੀ ਨਜ਼ਰ ਨਾਲ ਵੇਖਦੇ ਆ, ਉਹਨਾਂ ਨੂੰ ਇਸ ਸੰਬੰਧ ਵਿੱਚ ਹੁਣ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪਵੇਗਾ ਔਰ ਪਹਿਲਾਂ ਵਾਲੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਨਹੀਂ ਹੋਣਗੀਆਂ। ਸੋ ਰਾਫੇਲ ਜਿਹੜਾ ਉਹਨੂੰ ਖੁਸ਼ ਆਮਦੀਦ ਲੋਕਾਂ ਨੇ ਵੀ ਕਿਹਾ, ਹਵਾਈ ਫੌਜ ਨੇ। ਪਰ ਇਸ ਦੇ ਨਾਲ ਅਸੀਂ ਇੱਕ ਗੱਲ ਹੋਰ ਵੀ ਕਰਾਂਗੇ ਕਿ ਜਿੰਨੇ ਮਰਜ਼ੀ ਅਸੀਂ ਮਾਰੂ ਹਥਿਆਰ ਇਕੱਠੇ ਕਰ ਲਈਏ, ਜਿੰਨੇ ਮਰਜ਼ੀ ਰਾਫੇਲ ਇਕੱਠੇ ਕਰ ਲਈਏ, ਜਿੰਨੇ ਮਰਜ਼ੀ ਟੈਂਕ ਤੇ ਤੋਪਾਂ ਇਕੱਠੀਆਂ ਕਰ ਲਈਏ, ਪਰਮਾਣੂ ਹਥਿਆਰ ਇਕੱਠੇ ਕਰ ਲਈਏ, ਹਕੀਕਤ ਵਿੱਚ ਜਿਹੜੀ ਜੰਗ ਹੈ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈ। ਹੱਲ ਜਿਹੜੇ ਨੇ ਉਹ ਮਿਲ ਬੈਠ ਕੇ ਹੀ ਸਾਨੂੰ ਕੱਢਣੇ ਚਾਹੀਦੇ ਨੇ। ਕੋਈ ਦੇਸ਼ ਜਿੱਤ ਜਾਵੇ ਜਾਂ ਕੋਈ ਦੇਸ਼ ਹਾਰ ਜਾਵੇ, ਨੁਕਸਾਨ ਦੋਹਾਂ ਦੇਸ਼ਾਂ ਦਾ ਹੁੰਦਾ ਹੈ ਔਰ ਉਸ ਨੁਕਸਾਨ ਤੋਂ ਜਿਹੜੇ ਹਥਿਆਰ ਨੇ ਉਹ ਕਦੇ ਵੀ ਨਹੀਂ ਬਚਾ ਸਕਦੇ। ਆਪਸੀ ਸਹਿਮਤੀ ਤੇ ਗੱਲਬਾਤ ਹੀ ਬਚਾ ਸਕਦੀ ਹੈ। ਜਿਹੜਾ ਚੀਨ ਇਸ ਵੇਲੇ ਰੇੜਕਾ ਪਾਈ ਬੈਠਾ ਹੈ ਉਹ ਬਿਲਕੁਲ ਫਜ਼ੂਲ ਕਿਸਮ ਦਾ ਹੀ ਉਹਨੂੰ ਆਪਾਂ ਕਹਿ ਸਕਦੇ ਹਾਂ ਰੇੜਕਾ ਹੈ। ਔਰ ਇਸ ਤਰ੍ਹਾਂ ਦੇ ਮਸਲੇ ਜਿਹੜੇ ਨੇ ਆਪਸ ਵਿੱਚ ਦੇਸ਼ਾਂ ਦੇ, ਪਾਕਿਸਤਾਨ ਨਾਲ ਹੈ, ਚੀਨ ਨਾਲ ਹੈ, ਉਹਨਾਂ ਨੂੰ ਗੱਲਬਾਤ ਦੇ ਨਾਲ ਜਿਹੜਾ ਉਹ ਹੱਲ ਕੀਤਾ ਜਾਣਾ ਚਾਹੀਦਾ। ਦੇਸ਼ਾਂ ਨੂੰ ਕਦੇ ਵੀ ਜੰਗ ਦੇ ਰਾਹ ਉੱਤੇ ਨਹੀਂ ਤੁਰਨਾ ਚਾਹੀਦਾ, ਪਰ ਜੇ ਕੋਈ ਦੁਸ਼ਮਣ ਸਿਰ ਚੜ੍ਹ ਕੇ ਬੋਲੇ ਤੇ ਫਿਰ ਤੇ ਉਹਨੂੰ ਜਵਾਬ ਜਿਹੜਾ ਉਹ ਦੇਣਾ ਬਣਦਾ ਹੀ ਹੈ। ਜੀ ਬਿਲਕੁਲ, ਤੁਸੀਂ ਕਿਹਾ ਕਿ ਦੇਸ਼ਾਂ ਨੂੰ ਹਮੇਸ਼ਾ ਮਿਲ ਬੈਠ ਕੇ ਗੱਲ ਕਰਕੇ ਹੀ ਹਰ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਸ਼ਾਇਦ ਇਸੇ ਕਰਕੇ ਹੀ ਪੂਰਬੀ ਲੱਦਾਖ ਦੇ ਵਿੱਚ ਜੋ ਤਣਾਅ ਚੱਲ ਰਿਹਾ ਚੀਨ ਦੇ ਵਿਚਕਾਰ ਔਰ ਉਸ ਦੇ ਵਿਚਕਾਰ ਦੇਖਿਆ ਜਾਵੇ ਤੇ ਦੋਵਾਂ ਵਿਦੇਸ਼ ਮੰਤਰੀਆਂ ਦੀ, ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ਦੇ ਵਿੱਚ ਬੈਠਕ ਹੋਈ ਹੈ। ਕਿਵੇਂ ਵੇਖਦੇ ਹੋ ਉਸ ਬੈਠਕ ਨੂੰ?
ਇਹ ਲੰਬੀ ਲੜੀ ਹੈ ਮੈਡਮ ਜਿਹੜੀ ਗੱਲਬਾਤ ਦੀ ਹੈ ਦੋਹਾਂ ਦੇਸ਼ਾਂ ਦੇ ਦਰਮਿਆਨ। ਜਦੋਂ 1962 ਦੇ ਵਿੱਚ ਲੜਾਈ ਹੋਈ ਸੀ ਭਾਰਤ ਅਤੇ ਚੀਨ ਦੀ, ਉਦੋਂ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਦੌਰ ਜਿਹੜੇ ਉਹ ਚੱਲ ਚੁੱਕੇ ਹੈ। ਔਰ ਉਸੇ ਕੜੀ ਦੇ ਵਿੱਚ ਹੀ ਹੁਣ ਮਾਸਕੋ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਵਿਦੇਸ਼ ਮੰਤਰੀਆਂ ਦੀ, ਔਰ ਉਸ ਤੋਂ ਪਹਿਲਾਂ ਰੱਖਿਆ ਮੰਤਰੀਆਂ ਦੀ ਵੀ ਗੱਲਬਾਤ ਜਿਹੜੀ ਹੈ ਉਹ ਹੋ ਚੁੱਕੀ ਹੈ ਦੋਹਾਂ ਦੇਸ਼ਾਂ ਦੀ। ਫਿਰ ਜਿਹੜੇ ਆਰਮੀ ਅਫਸਰ ਹੈ ਜਿਹੜੇ ਜਨਰਲ ਪੱਧਰ ਦੇ, ਉਹਨਾਂ ਦੇ ਉੱਤੇ ਵੀ ਗੱਲਬਾਤ ਜਿਹੜੀ ਅਕਸਰ ਲਗਾਤਾਰ ਜਿਹੜੀ ਉਹ ਚੱਲਦੀ ਰਹਿੰਦੀ ਹੈ। ਮਾਮਲਾ ਜਿਹੜਾ ਉਹ ਉੱਥੇ ਦਾ ਉੱਥੇ ਹੀ ਹੈ, ਉਹ ਥੋੜ੍ਹਾ ਬਹੁਤਾ ਵਿਗੜਿਆ ਹੀ ਹੈ, ਅਜੇ ਉਹਦੇ ਵਿੱਚ ਸੌਰਿਆ ਕੁਛ ਨਹੀਂ। 1962 ਦੇ ਵਿੱਚ ਜਦੋਂ ਲੜਾਈ ਹੋਈ ਸੀ, ਉਸ ਤੋਂ ਪਹਿਲਾਂ 1959 ਦੇ ਵਿੱਚ ਜਿਹੜੀ ਹਕੀਕਤ ਦੇ ਵਿੱਚ LAC ਸੀ, ਉਸ ਵੇਲੇ ਤੋਂ ਉਹਦੀ ਜਿਹੜੀ ਉਹ ਮਾਰਕੇਸ਼ਨ ਕੀਤੀ ਗਈ ਸੀ, ਰੇਖਾਬੰਦੀ ਕੀਤੀ ਗਈ ਸੀ, ਔਰ ਅੱਜ ਤੱਕ ਉਹਨੂੰ ਕਿੰਨੀ ਵਾਰ ਅੱਗੇ ਪਿੱਛੇ ਕੀਤਾ ਗਿਆ, ਔਰ ਹਰ ਵਾਰ ਜਿਹੜੀ ਉਹ ਚੀਨ ਵੱਲੋਂ ਸ਼ਰਾਰਤ ਕੀਤੀ ਜਾਂਦੀ ਹੈ। 1962 ਦੇ ਵਿੱਚ ਜਿਹੜੀ LAC ਸੀ ਉਹ ਹੋਰ ਸੀ, ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਸੀ। ਉਹਦੇ ਤੋਂ ਬਾਅਦ ਜਦੋਂ ਕੁਛ ਇਲਾਕੇ ਦੇ ਉੱਤੇ ਚੀਨ ਨੇ ਕਬਜ਼ਾ ਕਰ ਲਿਆ 1962 ਦੀ ਜੰਗ ਦੇ ਵਿੱਚ, ਤੇ ਫਿਰ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਆ ਕੇ ਉਹਨੂੰ LAC ਬਣਾ ਲਿਆ। ਹਕੀਕਤ ਵਿੱਚ ਭਾਰਤ ਦੀ 4000 ਕਿਲੋਮੀਟਰ ਤੋਂ ਵੱਧ ਜਿਹੜੀ ਸਰਹੱਦ ਹੈ ਉਹ ਚੀਨ ਦੇ ਨਾਲ ਲੱਗਦੀ ਹੈ, ਜਿਹਦੇ ਵਿੱਚ ਕੁਝ ਹਿੱਸਾ ਜੰਮੂ ਕਸ਼ਮੀਰ ਦਾ ਲਦਾਖ ਵਾਲਾ ਆ ਜਾਂਦਾ ਹੈ, ਜਿਹਦੇ ਵਿੱਚ ਹਿਮਾਚਲ ਦਾ ਕੁਝ ਹਿੱਸਾ ਆ ਜਾਂਦਾ ਹੈ, ਉੱਤਰਾਖੰਡ ਦਾ ਹਿੱਸਾ ਆ ਜਾਂਦਾ ਹੈ, ਕੇਰਲ ਦਾ ਆ ਜਾਂਦਾ ਹੈ, ਅਰੁਣਾਚਲ ਪ੍ਰਦੇਸ਼ ਦਾ ਆ ਜਾਂਦਾ ਹੈ। ਮਤਲਬ ਇਹ ਬਹੁਤ ਲੰਬੀ ਜਿਹੜੀ ਹੈ LAC ਹੈ ਉਹਦੇ ਨਾਲ ਸਾਡੀ ਲੱਗਦੀ ਹੈ, ਔਰ ਕਿਤੇ ਨਾ ਕਿਤੇ ਉਹਦੇ ਵੱਲੋਂ ਸ਼ਰਾਰਤ ਕੀਤੀ ਜਾਂਦੀ ਹੈ। ਮਕਸਦ ਸਿਰਫ ਉਹਦਾ ਇਹੀ ਹੁੰਦਾ ਹੈ, ਕਿਉਂਕਿ ਜਿਹੜੀ LAC ਹੈ ਇਹ ਪੱਕੀ ਕੌਮਾਂਤਰੀ ਸਰਹੱਦ ਨਹੀਂ ਹੈ। ਇਹ ਅਜੇ ਤੱਕ ਇੱਕ ਮੰਨ ਲਿਆ ਗਿਆ ਕਿ ਇੱਥੇ ਤੱਕ ਦੋਨਾਂ ਦੇਸ਼ ਜਿਹੜੇ ਉਹ ਆਪੋ ਆਪਣੇ, ਇਹਨਾਂ ਦੀ ਟੈਰੀਟਰੀ ਇੱਥੇ ਤੱਕ ਹੈ ਭਾਰਤ ਦੀ, ਇੱਥੇ ਤੱਕ ਚੀਨ ਦੀ ਹੈ। ਔਰ ਚੀਨ ਦੀ ਕੋਸ਼ਿਸ਼ ਜਿਹੜੀ ਹੈ, ਹਾਲਾਂਕਿ ਭਾਰਤ ਨੇ ਕਦੇ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ, ਚੀਨ ਦੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਕਿਤੇ ਨਾ ਕਿਤੇ 2 ਫੁੱਟ ਅੱਗੇ ਪੈਰ ਵਧਾ ਲਏ ਜਾਣ ਤੇ ਫਿਰ ਉੱਥੇ LAC ਮੰਨ ਲਿਆ ਜਾਵੇ, ਕਿਤੇ 4 ਫੁੱਟ ਅੱਗੇ ਵਧਾ ਲਿਆ ਜਾਵੇ, ਉੱਥੇ LAC ਮੰਨ ਲਿਆ ਜਾਵੇ। ਹੁਣ ਇਹ ਲਦਾਖ ਦਾ ਰੇੜਕਾ ਜਿਹੜਾ ਪਿਛਲੇ 3-4 ਮਹੀਨਿਆਂ ਤੋਂ ਪੈਂਗੋਂਗ ਘਾਟੀ ਦੇ ਵਿੱਚ ਚੱਲ ਰਿਹਾ, ਉੱਥੇ ਵੀ ਇਹੋ ਸਿਲਸਿਲਾ ਹੀ ਹੈ। ਕਦੀ ਉਹ ਕਿਸੇ ਘਾਟੀ ਦੇ ਉੱਤੇ ਕਿਸੇ ਚੋਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਉੱਥੇ ਬਹੁਤਾ ਇਲਾਕਾ ਜਿਹੜਾ ਉਹ ਪਹਾੜੀ ਏਰੀਆ ਹੈ, ਸਰਦੀਆਂ ਵਿੱਚ ਉੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ। ਅੱਜ ਕੱਲ੍ਹ ਵੀ ਮੌਸਮ ਜਿਹੜਾ ਉੱਥੇ ਬਹੁਤ ਜ਼ਿਆਦਾ ਸਰਦ ਰੁੱਤ ਵਾਲਾ ਹੀ ਰਹਿੰਦਾ, ਤੇ ਉਹ ਉੱਥੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਜਿਹੜੇ ਚੀਨ ਵਾਲੇ ਕਰਦੇ ਰਹਿੰਦੇ ਨੇ। ਜਿਹੜੀ ਵਿਦੇਸ਼ ਮੰਤਰੀਆਂ ਦੀ ਗੱਲਬਾਤ ਕੱਲ੍ਹ ਹੋਈ ਹੈ, ਉਸ ਤੋਂ ਪਹਿਲਾਂ ਉੱਥੇ ਜਿਹੜੀ ਹੈ ਸ਼ੰਘਾਈ ਸਹਿਯੋਗ ਸੰਗਠਨ ਹੈ ਉਹਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਵੀ, ਕਿਉਂਕਿ ਭਾਰਤ ਉਹਦਾ ਪੱਕਾ ਮੈਂਬਰ ਹੈ, ਉਹਦੇ ਵਿੱਚ ਵੀ ਸਾਰੇ ਦੇਸ਼ ਜਿਹੜੇ ਸੀ ਉਹ ਆਪਸ ਵਿੱਚ ਮਿਲ ਬੈਠ ਕੇ ਬੈਠੇ, ਤੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਇਹ ਦੇਸ਼ ਆਪਸ ਵਿੱਚ ਇੱਕ ਦੂਜੇ ਨਾਲ ਸਹਿਯੋਗ ਕਰਨਗੇ। ਸਹਿਯੋਗ ਸੰਗਠਨ ਉਹਨੂੰ ਇਸ ਕਰਕੇ ਕਹਿੰਦੇ ਆ। ਸ਼ੰਘਾਈ ਉਹਦਾ ਨਾਂ ਇਸ ਕਰਕੇ ਰੱਖਿਆ ਕਿਉਂਕਿ ਸ਼ੰਘਾਈ ਦੇ ਵਿੱਚ ਉਹਦੀ ਸਥਾਪਨਾ ਕੀਤੀ ਗਈ ਸੀ। ਔਰ ਉਸ ਤੋਂ ਬਾਅਦ ਵਿਦੇਸ਼ ਮੰਤਰੀਆਂ ਨੇ ਵੱਖਰੇ ਤੌਰ ਤੇ ਗੱਲਬਾਤ ਕੀਤੀ, ਤੇ ਉਹਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਿੱਥੇ ਅਪ੍ਰੈਲ ਤੋਂ ਪਹਿਲਾਂ ਸਥਿਤੀ ਸੀ LAC ਵਾਲੀ, ਦੋਨਾਂ ਦੇਸ਼ਾਂ ਦੀਆਂ ਫੌਜਾਂ ਨੂੰ ਉੱਥੇ ਚਲੇ ਜਾਣਾ ਚਾਹੀਦਾ ਹੈ। ਗੱਲਬਾਤ ਤੋਂ ਸਪਸ਼ਟ ਹੈ ਕਿ ਚੀਨ ਦੀ ਫੌਜ ਜਿਹੜੀ ਹੈ ਉਹ ਉਸ ਤੋਂ ਅੱਗੇ ਆ ਚੁੱਕੀ ਹੈ, ਤੇ ਉੱਥੇ ਜਾਣ ਲਈ ਉਹ ਤਿਆਰ ਨਹੀਂ। ਤੇ ਹੁਣ ਭਾਰਤ ਵੀ ਇਸ ਗੱਲ ਦੇ ਉੱਤੇ ਅੜਿਆ ਹੋਇਆ ਹੈ ਕਿ ਚੀਨ ਨੂੰ ਉਹਦੇ ਉਸ ਟਿਕਾਣੇ ਤੇ ਭੇਜਣਾ ਜਿੱਥੇ ਉਹ ਅਪ੍ਰੈਲ ਦੇ ਵਿੱਚ ਸੀ। ਇਸ ਕਰਕੇ ਜੇ ਉਹ ਹੋਰ ਕੋਈ ਹਿਮਾਕਤ ਕਰਦਾ ਹੈ, ਹੋਰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਦਾ ਹੈ, ਜਾਂ ਕਿਸੇ ਤਰ੍ਹਾਂ ਹੋਰ ਉਹ ਗੜਬੜ ਕਰਨ ਦੀ ਕੋਸ਼ਿਸ਼ ਕਰਦਾ, ਤੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਸ ਨਜ਼ਰੀਏ ਤੋਂ ਹੀ ਰਾਫੇਲ ਨੂੰ ਦੇਖਿਆ ਜਾ ਰਿਹਾ ਹੈ, ਉਸ ਨਜ਼ਰੀਏ ਤੋਂ ਭਾਰਤ ਦੀਆਂ ਹੋਰ ਤਿਆਰੀਆਂ ਨੂੰ ਦੇਖਿਆ ਜਾ ਰਿਹਾ ਹੈ, ਕਿਉਂਕਿ ਭਾਰਤ ਨੇ ਵੀ ਆਪਣਾ ਸਾਜੋ ਸਮਾਨ ਜਿਹੜਾ ਉਹ ਸਰਹੱਦ ਦੇ ਨੇੜੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ, ਤੇ ਚੀਨ ਨੇ ਵੀ ਬਹੁਤ ਜ਼ਿਆਦਾ ਜਿਹੜੀ ਹੈ ਉੱਥੇ ਸਫ਼ਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਦੋਹਾਂ ਦੇਸ਼ਾਂ ਨੂੰ ਬੈਠ ਕੇ ਇਹ ਮਾਮਲਾ ਕੋਈ ਇੰਨਾ ਡੂੰਘਾ ਨਹੀਂ, ਨਾ ਪੇਚੀਦਾ, ਤੇ ਨਾ ਹੀ ਕੋਈ ਇੰਨਾ ਗੁੰਝਲਦਾਰ ਹੈ। ਇਹਦੇ ਵਿੱਚ ਇਹਨਾਂ ਦੇ ਕੋਲ ਬਹੁਤ ਸਾਰੇ ਦਸਤਾਵੇਜ਼ ਮੌਜੂਦ ਨੇ, ਬਹੁਤ ਸਾਰਾ ਰਿਕਾਰਡ ਮੌਜੂਦ ਹੈ, ਔਰ ਉਹਨੂੰ ਦੇਖ ਕੇ ਉਹਦੀ ਜਿਹੜੀ ਹੈ ਉਹ ਮਾਰਕਿੰਗ ਕੀਤੀ ਜਾ ਸਕਦੀ ਹੈ LAC ਦੀ, ਉਹਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਔਰ ਬਲਕਿ ਜੇ ਕਿਸੇ ਵੇਲੇ ਸੰਭਵ ਹੋਵੇ ਤਾਂ ਦੋਵੇਂ ਦੇਸ਼ ਜਿਹੜੇ ਆ ਉਹ ਇਹਨੂੰ ਮਿਲ ਬੈਠ ਕੇ ਕੌਮਾਂਤਰੀ ਸਰਹੱਦ ਦਾ ਰੂਪ ਵੀ ਆਪਸੀ ਸਹਿਮਤੀ ਨਾਲ ਦੇ ਸਕਦੇ ਆ, ਤਾਂ ਜੋ ਹਮੇਸ਼ਾ ਦਾ ਝਗੜਾ ਖਤਮ ਹੋ ਜਾਵੇ। ਬਿਲਕੁਲ ਜੀ। ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਕਰੋਨਾ ਦੀ ਗੱਲ ਕਰੀਏ ਤੇ ਵਿਸ਼ਵ ਭਰ ਦੇ ਵਿੱਚ ਕਰੋਨਾ ਦੀ ਮਾਰ ਲਗਾਤਾਰ ਵੱਧਦੀ ਜਾ ਰਹੀ ਹੈ, ਲੇਕਿਨ ਚੰਗੀ ਗੱਲ ਇਹ ਹੈ ਕਿ ਰਿਕਵਰੀ ਦਰ ਵੀ ਵੱਧਦੀ ਜਾ ਰਹੀ ਹੈ। ਔਰ ਦੇਖਿਆ ਜਾਵੇ ਤੇ ਪੂਰੇ ਵਿਸ਼ਵ ਦੇ ਵਿੱਚ 2 ਕਰੋੜ 81 ਲੱਖ ਤੋਂ ਪਾਰ ਹੋ ਚੁੱਕੇ ਨੇ ਮਾਮਲੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਇਹ ਮਾਮਲੇ 45 ਲੱਖ ਤੋਂ ਪਾਰ ਹੋ ਚੁੱਕੇ ਨੇ, ਔਰ ਪੰਜਾਬ ਦੇ ਵਿੱਚ ਇਹ ਆંકੜਾ 73,000 ਤੋਂ ਪਾਰ ਹੋ ਚੁੱਕਾ ਹੈ। ਕਿਵੇਂ ਦੇਖਦੇ ਹੋ ਕਰੋਨਾ ਦੇ ਹਾਲਾਤਾਂ ਨੂੰ? ਕਰੋਨਾ ਦੇ ਵਿੱਚ ਸੰਬੰਧ ਦੇ ਵਿੱਚ ਜਦੋਂ ਵੀ ਕਰੋਨਾ ਦੀ ਖਬਰ ਦਾ ਚਰਚਾ ਹੁੰਦਾ ਹੈ, ਉਦੋਂ 2 ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਜੀ। 2 ਦੀ ਬਜਾਏ ਵੀ ਆਪਾਂ ਕਹਾਂਗੇ 3 ਚੀਜ਼ਾਂ ਸਾਹਮਣੇ ਆਉਂਦੀਆਂ। ਇੱਕ ਇਹ ਚੀਜ਼ ਸਾਹਮਣੇ ਆਉਂਦੀ ਹੈ
ਕਿ ਵਿਸ਼ਵ ਦੇ ਵਿੱਚ ਕਿੰਨੇ ਲੋਕ ਜਿਹੜੇ ਆ ਉਹ ਸੰਕਰਮਤ ਆਏ ਆ ਜਾਂ ਕਿੰਨੇ ਲੋਕ ਜਿਹੜੇ ਆ ਕਰੋਨਾ ਤੋਂ ਅਫੈਕਟਡ ਆਏ ਆ, ਜਿਹੜੇ ਕਰੋਨਾ ਦੇ ਸ਼ਿਕਾਰ ਹੋਏ ਆ। ਦੂਜੀ ਗੱਲ ਇਹ ਆਉਂਦੀ ਹੈ ਕਿ ਕੀ ਕਰੋਨਾ ਦੀ ਪੱਕੀ ਰੋਕਥਾਮ ਲਈ ਕੋਈ ਇਲਾਜ ਦਾ ਪ੍ਰਬੰਧ ਹੋ ਸਕਿਆ। ਤੀਜੀ ਇਹ ਆਉਂਦੀ ਹੈ ਕਿ ਜੇ ਸਾਰੇ ਦੇਸ਼ਾਂ ਦੇ ਵਿੱਚ ਹੁਣ ਕਾਰੋਬਾਰਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਖੋਲ੍ਹ ਦਿੱਤੀ ਗਈ ਹੈ, ਜਿਹੜਾ ਅਨਲੌਕ ਹੈ ਚੌਥਾ ਉਹ ਚੱਲ ਰਿਹਾ, ਅੱਗੇ ਪੰਜਵੇਂ ਦੀ ਵੀ ਤਿਆਰੀ ਚੱਲ ਰਹੀ ਹੈ, ਇਹਦਾ ਮਤਲਬ ਇਹ ਹੈ ਕਿ ਸਾਰੇ ਕੰਮ ਧੰਦੇ ਜਿਹੜੇ ਹੌਲੀ ਹੌਲੀ ਖੋਲ੍ਹੇ ਜਾ ਰਹੇ ਆ, ਤਾਂ ਲੋਕ ਉਹਨਾਂ ਨਿਯਮਾਂ ਦੀ ਪਾਲਣਾ ਕਿੱਥੋਂ ਕੁ ਤੱਕ ਕਰ ਰਹੇ ਆ। ਹਕੀਕਤ ਵਿੱਚ ਇਹ ਆ ਕਿ ਲੋਕ ਜੇ ਸਰਕਾਰ ਦੇ ਪੱਖ ਤੇ ਵੀ ਕਿਸੇ ਹੱਦ ਤੱਕ ਕੁਝ ਨਾ ਕੁਝ ਅਣਗਹਿਲੀਆਂ ਹੋ ਰਹੀਆਂ ਤੇ ਲੋਕਾਂ ਦੇ ਪੱਧਰ ਉੱਤੇ ਵੀ ਬਹੁਤ ਸਾਰੀਆਂ ਅਣਗਹਿਲੀਆਂ ਹੋ ਰਹੀਆਂ। ਦੋਨਾਂ ਧਿਰਾਂ ਨੂੰ ਉਸ ਮਾਮਲੇ ਦੇ ਵਿੱਚ ਸੁਚੇਤ ਹੋਣਾ ਚਾਹੀਦਾ ਹੈ। ਜੇ ਸਿਰਫ ਅਸੀਂ ਇੰਨੀ ਗੱਲ ਦੇਖੀਏ ਕਿ ਅੰਕੜੇ ਜਿਹੜੇ ਉਹ ਕਿੱਥੇ ਪਹੁੰਚ ਗਏ ਆ ਤੇ ਉਹਦੇ ਵਿੱਚ ਭਾਰਤ ਹੁਣ ਦੂਜੇ ਸਥਾਨ ਤੇ ਆ ਗਿਆ ਅਮਰੀਕਾ ਤੋਂ ਬਾਅਦ। ਭਾਰਤ ਦੀ ਆਬਾਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ। ਅਮਰੀਕਾ ਜੇ 1 ਨੰਬਰ ਤੇ ਆ, ਪਹਿਲਾਂ ਬ੍ਰਾਜ਼ੀਲ 2 ਨੰਬਰ ਤੇ ਸੀ, ਹੁਣ ਭਾਰਤ 2 ਨੰਬਰ ਤੇ ਆ, ਬ੍ਰਾਜ਼ੀਲ ਜਿਹੜਾ ਸੀ ਉਹ 3 ਨੰਬਰ ਤੇ ਆ ਗਿਆ। ਅਮਰੀਕਾ ਤੇ ਬ੍ਰਾਜ਼ੀਲ ਦੀ ਕੁੱਲ ਆਬਾਦੀ ਨਾਲੋਂ ਵੀ ਦੁੱਗਣੀ ਆਬਾਦੀ ਭਾਰਤ ਦੀ ਹੈ। ਜੇ ਭਾਰਤ ਦੀ ਆਬਾਦੀ ਦੁੱਗਣੀ ਆ ਤਾਂ ਜ਼ਰੂਰੀ ਗੱਲ ਹੈ ਕਿ ਭਾਰਤ ਦੇ ਵਿੱਚ ਕੇਸ ਵੀ ਜ਼ਿਆਦਾ ਆਉਣਗੇ, ਇਸ ਕਰਕੇ ਉਹਨਾਂ ਦੀ ਗਿਣਤੀ ਵਧਣੀ ਯਕੀਨੀ ਹੈ। ਪਰ ਉਹ ਜਿੰਨੀ ਜ਼ਿਆਦਾ ਗਿਣਤੀ ਉਹਨਾਂ ਦੀ ਪੀੜਤਾਂ ਦੀ ਆ ਰਹੀ ਹੈ, ਉਹਦੇ ਹਿਸਾਬ ਨਾਲ ਹੀ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਠੀਕ ਵੀ ਹੋ ਰਹੇ ਆ ਔਰ ਉਹਦੀ ਦਰ ਦੇ ਵਿੱਚ ਵਾਧਾ ਹੋਇਆ। ਜੇ ਆਪਾਂ ਦੇਖੀਏ ਤਾਂ ਜਿਹੜੀ ਮੌਤ ਦੀ ਦਰ ਹੈ ਉਹ ਉਹਦੇ ਕੰਪੈਰੇਟਿਵਲੀ ਉਨੀ ਨਹੀਂ ਵਧੀ, ਮੁਕਾਬਲਤਨ ਉਨੀ ਨਹੀਂ ਵਧੀ ਜਿੰਨੀ ਠੀਕ ਹੋਣ ਵਾਲਿਆਂ ਦੀ ਵਧੀ ਹੈ। ਗੱਲ ਸਿਰਫ ਇੰਨੀ ਹੈ ਕਿ ਇੱਕ ਪਾਸੇ ਜਿੱਥੇ ਸਰਕਾਰਾਂ ਨੂੰ ਜਾਂ ਜਿਹੜੇ ਸਿਹਤ ਵਿਭਾਗ ਨੇ ਜਾਂ ਜਿਹੜੀਆਂ ਕੰਪਨੀਆਂ ਜਾਂ ਜਿਹੜੇ ਵੀ ਅਦਾਰੇ ਇਸ ਮੈਡੀਸਨ ਦੀ ਵੈਕਸੀਨ ਦੀ ਖੋਜ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਆਪਣਾ ਕੰਮ ਸੁਹਿਰਦਤਾ ਨਾਲ ਅੱਗੇ ਲਿਜਾਣਾ ਚਾਹੀਦਾ ਔਰ ਉਹਨੂੰ ਛੇਤੀ ਨਿਪਟਾਉਣਾ ਚਾਹੀਦਾ। ਦੂਜੇ ਪਾਸੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ ਤੇ ਆਪਸ ਦੇ ਵਿੱਚ ਜਿਹੜਾ ਉਹ ਬਚਾਅ ਰੱਖਣ ਦੀ ਕੋਸ਼ਿਸ਼ ਕਰਨ। ਤੀਜਾ ਇਹਦਾ ਬਦਲ ਕੋਈ ਨਹੀਂ ਹੈਗਾ, ਜਿੰਨੀਆਂ ਮਰਜ਼ੀ ਅਸੀਂ ਗੱਲਾਂ ਕਰੀ ਜਾਈਏ, ਸਾਨੂੰ ਬਚਾਅ ਵਿੱਚ ਹੀ ਬਚਾਅ ਜਿਹੜਾ ਹੈ ਇਸ ਨੀਤੀ ਉੱਤੇ ਹੀ ਚੱਲਣਾ ਪਏਗਾ। ਅਸੀਂ ਕੰਮ ਵੀ ਕਰਨੇ ਆ, ਕੰਮ ਵੀ ਛੱਡੇ ਨਹੀਂ ਜਾ ਸਕਦੇ। ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕਿਆ ਨਹੀਂ ਜਾ ਸਕਦਾ। ਜ਼ਿੰਦਗੀ ਦੀ ਰਫ਼ਤਾਰ ਨੇ ਚੱਲਦੀ ਰਹਿਣਾ, ਜ਼ਿੰਦਗੀ ਨੇ ਚੱਲਦੀ ਰਹਿਣਾ ਤੇ ਪਰ ਉਹਦੇ ਵਿੱਚ ਸਾਨੂੰ ਇਹਤਿਆਤ ਵਰਤਣਾ ਚਾਹੀਦਾ, ਸੁਰੱਖਿਆ ਵਰਤਣੀ ਚਾਹੀਦੀ। ਬਿਲਕੁਲ ਜੀ, ਰੁੱਖ ਕਰਦੇ ਅਗਲੀ ਖਬਰ ਦੇ ਵੱਲ। ਖੇਤੀ ਆਰਡੀਨੈਂਸ ਦਾ ਦੇਸ਼ ਭਰ ਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਨੇ ਔਰ ਦੇਖਿਆ ਜਾਵੇ ਤੇ ਹਰਿਆਣੇ ਦੇ ਵਿੱਚ ਲਾਠੀ ਚਾਰਜ ਵੀ ਹੋਇਆ। ਕਿਵੇਂ ਦੇਖਦੇ ਹੋ ਇਸ ਵਿਰੋਧ ਨੂੰ ਔਰ ਕੀ ਇਹ ਵਿਰੋਧ ਪ੍ਰਦਰਸ਼ਨ ਦਾ ਕੋਈ ਸਿੱਟਾ ਨਿਕਲੇਗਾ? ਇਹ ਬੜੀ ਮੰਦਭਾਗੀ ਗੱਲ ਹੈ ਮੈਡਮ ਕਿ ਕਿਸਾਨ ਜਿਹੜੇ ਆ ਉਹ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰਦੇ ਆ ਰਹੇ ਆ ਕਿ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਜਿਨਸਾਂ ਹੈ, ਜਿਹੜੀਆਂ ਫਸਲਾਂ ਹੈ, ਉਹਨਾਂ ਦੇ ਲਾਹੇਵੰਦ ਭਾਅ ਨਹੀਂ ਮਿਲਦੇ। ਕਿਸਾਨ ਹਰ ਵੇਲੇ ਜਿਹੜੇ ਆ ਲਗਾਤਾਰ ਸਾਲ ਦਰ ਸਾਲ ਉਹ ਘਾਟੇ ਵਿੱਚ ਜਾ ਰਹੇ ਆ। ਪਹਿਲੀ ਗੱਲ ਮੈਂ ਇਹ ਦੱਸਣੀ ਚਾਹਾਂਗਾ ਕਿ 70% ਦੇ ਕਰੀਬ ਜਿਹੜੇ ਕਿਸਾਨ ਹੈ ਉਹ ਹੈਗੇ ਆ ਛੋਟੇ ਜ਼ਿਮੀਂਦਾਰ। ਛੋਟੇ ਜ਼ਿਮੀਂਦਾਰ ਮਤਲਬ ਇਹ ਜਿਨ੍ਹਾਂ ਦੇ ਕੋਲ 2 ਏਕੜ 1.5 ਏਕੜ 2 ਏਕੜ ਤੋਂ ਲੈ ਕੇ ਵੱਧ ਤੋਂ ਵੱਧ 10 ਏਕੜ ਤੱਕ ਜ਼ਮੀਨ ਹੈ। ਉਹ 70% ਹੀ ਉਹ ਹੈਗੇ ਆ ਔਰ ਸਾਰਾ ਦਾਰੋਮਦਾਰ ਜਿਹੜਾ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ। ਜਦੋਂ ਵੀ ਕੋਈ ਕਾਨੂੰਨ ਬਣਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਨੀਤੀ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ ਸਭ ਤੋਂ ਜ਼ਿਆਦਾ ਉਹ ਲੋਕ ਪ੍ਰਭਾਵਿਤ ਹੁੰਦੇ ਆ। ਹੁਣ ਕੇਂਦਰ ਸਰਕਾਰ ਨੇ ਜਿਹੜੇ 3 ਆਰਡੀਨੈਂਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਵੀ ਸਭ ਤੋਂ ਵੱਧ ਅਸਰ ਜਿਹੜਾ ਉਹ ਛੋਟੇ ਜ਼ਿਮੀਂਦਾਰਾਂ ਦੇ ਉੱਤੇ ਪੈਣਾ ਹੈ। ਉਹ ਤਾਂ ਲਾਹੇਵੰਦ ਭਾਅ ਮੰਗ ਰਹੇ ਆ। ਇੱਥੇ ਲੱਗਦਾ ਇਹ ਹੈ ਕਿ ਉਹਨਾਂ ਕੋਲੋਂ ਲਾਹੇਵੰਦ ਭਾਅ ਨਹੀਂ, ਜਿਹੜਾ ਪਹਿਲਾਂ ਭਾਅ ਉਹਨਾਂ ਨੂੰ ਮਿਲ ਰਿਹਾ ਉਹ ਵੀ ਖੁੱਸ ਰਿਹਾ ਹੈ। ਉਹਨਾਂ ਕੋਲੋਂ ਮੰਡੀਕਰਨ ਵੀ ਖੁੱਸ ਜਾਏਗਾ। ਗੱਲ ਉਹਨਾਂ ਨੂੰ ਇਹ ਕਹੀ ਜਾ ਰਹੀ ਹੈ ਕਿ ਤੁਸੀਂ ਆਪਦੀ ਮਰਜ਼ੀ ਨਾਲ ਆਪਣੀਆਂ ਜਿਨਸਾਂ ਨੂੰ ਜਿੱਥੇ ਮਰਜ਼ੀ ਵੇਚ ਸਕਦੇ ਹੋ, ਜਿਹੜੀ ਮਰਜ਼ੀ ਸੂਬੇ ਵਿੱਚ ਜਾ ਕੇ ਵੇਚ ਲਓ, ਜਿਹੜੇ ਮਰਜ਼ੀ ਵਿਅਕਤੀ ਨੂੰ ਵੇਚ ਲਓ, ਤੁਹਾਡੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੋਏਗੀ। ਜੇ ਉਹ ਇਸ ਤਰ੍ਹਾਂ ਆਪਣੀਆਂ ਚੀਜ਼ਾਂ ਨੂੰ ਵਰਤਣਗੇ ਤੇ ਜਿਹੜੇ ਪ੍ਰਾਈਵੇਟ ਖਰੀਦਦਾਰ ਨੇ, ਪ੍ਰਾਈਵੇਟ ਖਰੀਦਦਾਰਾਂ ਦੇ ਨਾਲ ਛੋਟੇ ਕਿਸਾਨਾਂ ਨੂੰ ਸਮਝੌਤਾ ਕਰਨਾ ਪਏਗਾ। ਹੁਣ ਛੋਟੇ ਕਿਸਾਨਾਂ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿਉਂਕਿ ਉਹ ਉਹਨਾਂ ਦੇ ਬਰਾਬਰ ਦੇ ਨਹੀਂ ਹੈ, ਜਿਹੜੇ ਪ੍ਰਾਈਵੇਟ ਖਰੀਦਦਾਰ ਹੈ ਉਹਨਾਂ ਦੇ ਬਰਾਬਰ ਦੇ ਕਿ ਉਹ ਉਹਨਾਂ ਦੇ ਨਾਲ ਆਪਣੀਆਂ ਸ਼ਰਤਾਂ ਤੇ ਸਮਝੌਤਾ ਕਰ ਸਕਣ। ਇਸ ਕਰਕੇ ਸਮਝੌਤਾ ਕਰਨ ਵਾਲੀਆਂ ਧਿਰਾਂ ਤੇ ਸ਼ਰਤਾਂ ਜਿਹੜੀਆਂ ਉਹ ਉਹਨਾਂ ਦੀਆਂ ਦੂਜੀ ਧਿਰ ਦੀਆਂ ਹੋਣਗੀਆਂ, ਉਹਦੇ ਵਿੱਚ ਕਿਸਾਨਾਂ ਦਾ ਆਪਣਾ ਕੁਝ ਨਹੀਂ ਹੋਏਗਾ। ਕਿਸਾਨਾਂ ਨੂੰ ਇਹ ਗੱਲ ਕਿਸੇ ਵੀ ਤਰ੍ਹਾਂ ਦੇ ਨਾਲ ਮਨਜ਼ੂਰ ਨਹੀਂ ਹੈ ਕਿ ਉਹਨਾਂ ਦੇ ਹੱਥੋਂ ਇਹ ਸਾਰਾ ਕੁਝ ਜਿਹੜਾ ਉਹ ਖੁੱਸ ਜਾਵੇ। ਦੂਜੀ ਗੱਲ ਇਹ ਹੈ ਕਿ ਹੁਣ ਤੱਕ ਜਿਹੜੀਆਂ ਵੱਡੀਆਂ ਫਸਲਾਂ ਹੈ, ਕਣਕ ਤੇ ਝੋਨੇ ਦੀ ਫਸਲ ਹੈ, ਇਹਦੀ ਸਰਕਾਰੀ ਖਰੀਦ ਹੁੰਦੀ ਆ ਰਹੀ ਹੈ ਔਰ FCI ਇਹਨਾਂ ਦੀ ਖਰੀਦ ਕਰਦੀ ਸੀ। FCI ਨੇ ਆਪਣੇ ਕਦਮ ਜਿਹੜੇ ਉਹ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਆ। ਜਿਹੜਾ ਮੰਡੀਕਰਨ ਹੈ ਪੰਜਾਬ ਦੇ ਵਿੱਚ ਹੈ, ਮੰਡੀਕਰਨ ਦਾ ਇਸ ਜਿਹੜੇ ਆਰਡੀਨੈਂਸ ਹੈ ਇਹ ਲਾਗੂ ਹੋਣ ਦੇ ਨਾਲ ਮੰਡੀਕਰਨ ਦਾ ਬਿਲਕੁਲ ਸਫਾਇਆ ਹੋ ਜਾਏਗਾ, ਮੰਡੀਕਰਨ ਬਿਲਕੁਲ ਖਤਮ ਹੋ ਜਾਏਗਾ। ਔਰ ਦੂਜੀ ਗੱਲ ਜਿਹੜੀ ਆ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਔਰ ਕਿਸਾਨ ਵੀ ਇਹ ਗੱਲ ਕਹਿ ਰਹੇ ਆ ਕਿ ਛੋਟੀ ਕਿਸਾਨੀ ਜਿਹੜੀ ਆ ਉਹਦਾ ਭੋਗ ਪੈ ਜਾਏਗਾ।
ਇਸ ਗੱਲ ਨੂੰ ਲੈ ਕੇ ਜਿਹੜੇ ਕਿਸਾਨ ਜਥੇਬੰਦੀਆਂ ਉਹ ਇਹਦਾ ਵਿਰੋਧ ਕਰ ਰਹੀਆਂ। ਹਾਲਾਂਕਿ ਸੱਤਾਧਾਰੀ ਧਿਰ ਵੱਲੋਂ ਵਾਰ-ਵਾਰ ਇਹੀ ਗੱਲ ਦੁਹਰਾਈ ਜਾ ਰਹੀ ਹੈ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਨੇ, ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਨੇ, ਔਰ ਜਿਹੜੀ ਕਾਂਗਰਸ ਹੈ ਉਹ ਇਹਨਾਂ ਨੂੰ ਕਿਸਾਨਾਂ ਨੂੰ ਭੜਕਾ ਕੇ ਇਹਨਾਂ ਦਾ ਵਿਰੋਧ ਕਰਵਾ ਰਹੀ ਹੈ, ਪਰ ਹਕੀਕਤ ਇਹ ਨਹੀਂ ਹੈ। ਪੰਜਾਬ ਦੇ ਵਿੱਚ ਬੜੇ ਖੇਤੀ ਮਾਹਰ ਬੈਠੇ ਨੇ, ਦੇਸ਼ ਦੇ ਵਿੱਚ ਬੜੇ ਖੇਤੀ ਮਾਹਰ ਬੈਠੇ ਨੇ, ਖੇਤੀ ਵਿਗਿਆਨੀ ਬੈਠੇ ਨੇ, ਬਹੁਤ ਵੱਡੇ ਕਿਸਾਨ ਬੈਠੇ ਨੇ ਜਿਹੜੇ ਖੇਤੀਬਾੜੀ ਦੇ ਸਾਰੇ ਸਿਸਟਮ ਨੂੰ ਸਮਝਣ ਵਾਲੇ ਆ। ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਇਸ ਚੀਜ਼ ਨੂੰ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਸੀ ਕਿ ਹਕੀਕਤ ਵਿੱਚ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਕੀ ਹੈ। ਜੇ ਕੋਈ ਵੀ ਚੀਜ਼ ਜਿਹੜੀ ਆ ਉਹ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਆ, ਉਹਨੂੰ ਕਿਸਾਨ ਜਿਹੜੇ ਨੇ ਉਹ ਮਨਜ਼ੂਰ ਨਹੀਂ ਕਰ ਸਕਦੇ। ਉਹਨਾਂ ਦੇ ਉੱਤੇ ਭਾਵੇਂ ਕਿਸੇ ਤਰ੍ਹਾਂ ਦੇ ਦੋਸ਼ ਲਾਏ ਜਾਣ। ਹੁਣ ਹੁੰਦਾ ਇਹ ਹੈ ਕਿ ਜੇ ਉਹ ਵਿਰੋਧ ਕਰਦੇ ਨੇ, ਪ੍ਰਦਰਸ਼ਨ ਕਰਦੇ ਨੇ, ਤੇ ਉਹਨਾਂ ਦੇ ਉੱਤੇ ਡਾਂਗਾਂ ਚਲਾਈਆਂ ਜਾਂਦੀਆਂ, ਜਿਸ ਤਰ੍ਹਾਂ ਕੱਲ ਹਰਿਆਣੇ ਦੇ ਵਿੱਚ ਚਲਾਈਆਂ ਗਈਆਂ, ਔਰ ਉਹਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਵੀ ਪਹਿਲਾਂ ਰੋਕ ਦਿੱਤਾ ਗਿਆ। ਬਾਅਦ ਵਿੱਚ ਰੈਲੀ ਕਰਨ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ। ਜਦੋਂ ਲਾਠੀ ਚਾਰਜ ਹੋ ਗਿਆ, ਕੁੱਟਮਾਰ ਹੋ ਗਈ, ਉਸ ਤੋਂ ਬਾਅਦ ਉਹਨਾਂ ਨੂੰ ਰੈਲੀ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਗਈ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ, ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਦਾ ਵੀ ਸੱਦਾ ਦਿੱਤਾ ਹੋਇਆ। ਅੱਜ ਵੀ ਉਹ ਆਪਣੇ ਆਪ ਨੂੰ ਜਿਹੜੇ ਉਹ ਜੇਲ੍ਹਾਂ ਵਾਸਤੇ, ਗ੍ਰਿਫਤਾਰੀਆਂ ਵਾਸਤੇ ਪੇਸ਼ ਕਰਨਗੇ, ਕੱਲ ਵੀ ਪੇਸ਼ ਕਰਨਗੇ, ਪਰ ਇਹਦੇ ਨਾਲ ਇਹ ਮਾਮਲਾ ਕਿਤੇ ਵੀ ਸੁਲਝਦਾ ਨਜ਼ਰ ਨਹੀਂ ਆ ਰਿਹਾ। ਸੁਲਝਦਾ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਕਿਸਾਨ ਧਿਰ ਦੀ ਗੱਲ ਜਿਹੜੀ ਹੈ ਉਹਨੂੰ ਕਿਤੇ ਸੁਣਿਆ ਹੀ ਨਹੀਂ ਜਾ ਰਿਹਾ। ਅਸਲ ਵਿੱਚ ਚਾਹੀਦਾ ਇਹ ਹੈ ਕਿ ਸਰਕਾਰ ਨੂੰ ਕੋਈ ਕਮੇਟੀ ਬਣਾ ਕੇ, ਕੁਝ ਲੋਕ ਜਿਹੜੇ ਦਾਨਸ਼ਵਰ ਆਪਸ ਵਿੱਚ ਬਿਠਾ ਕੇ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ ਕਿ ਉਹ ਚਾਹੁੰਦੇ ਕੀ ਹੈ ਤੇ ਉਹਨਾਂ ਨੂੰ ਮਿਲਦਾ ਕੀ ਹੈ। ਜੇ ਅੱਜ ਤੱਕ ਕਿਸਾਨ ਜਿਹੜੇ ਨੇ ਉਹ ਘਾਟੇ ਵਿੱਚ ਜਾ ਰਹੇ ਨੇ ਤੇ ਇਹਦੇ ਆਉਣ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਲਾਭ ਹੋਏਗਾ, ਜਾਂ ਤੇ ਉਹਨਾਂ ਨੂੰ ਇਹ ਭਰੋਸਾ ਦਵਾਇਆ ਜਾਵੇ ਜਾਂ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇ। ਬਿਲਕੁਲ ਜੀ, ਤੁਸੀਂ ਗੱਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਹੋ ਜਾਣ, ਕਿਸਾਨ ਆਗੂ ਹੋ ਜਾਣ, ਉਹ ਕਿਸਾਨਾਂ ਦੀ ਹਾਲਤ ਨੂੰ ਲੈ ਕੇ ਕਾਫੀ ਫਿਕਰਮੰਦ ਹੈ। ਲੇਕਿਨ ਹੁਣ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਜਿਹੜੇ ਕਿਸਾਨ MP ਬੈਠੇ ਹੋਏ ਨੇ ਸੰਸਦ ਦੇ ਵਿੱਚ, ਕੀ ਉਹ ਕਿਸਾਨਾਂ ਦਾ, ਉਹਨਾਂ ਦੇ ਹੱਕ ਦੀ ਗੱਲ ਕਰਨਗੇ, ਖੇਤੀ ਆਰਡੀਨੈਂਸ ਦੇ ਹੱਕ 'ਚ ਖੜਨਗੇ? ਇਹ ਇੱਕ ਪੱਖ ਦਾ ਸਵਾਲ ਹੈ, ਖਬਰ ਹੈ, ਕਿਵੇਂ ਵੇਖਦੇ? ਬਹੁਤ ਵੱਡੀ ਗਿਣਤੀ ਦੇ ਵਿੱਚ ਸੰਸਦ ਮੈਂਬਰ ਨੇ ਜਿਨ੍ਹਾਂ ਦਾ ਪਿਛੋਕੜ ਕਿਸਾਨੀ ਦੇ ਨਾਲ ਸੰਬੰਧਿਤ ਹੈ। 170-75 ਦੇ ਕਰੀਬ ਇਹੋ ਜਿਹੇ ਸੰਸਦ ਮੈਂਬਰ ਹੈ ਜਿਹੜੇ ਸਿੱਧੇ ਤੌਰ ਤੇ ਕਿਸਾਨੀ ਦੇ ਨਾਲ ਜੁੜੇ ਹੋਏ ਆ ਜਾਂ ਕਿਸਾਨ ਪਰਿਵਾਰਾਂ ਦੇ ਵਿੱਚੋਂ ਉਹ ਅੱਗੇ ਆਏ ਨੇ। ਉਹਨਾਂ ਦੇ ਵਿੱਚੋਂ 114-15 ਦੇ ਕਰੀਬ ਜਿਹੜੇ ਸੰਸਦ ਮੈਂਬਰ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਨੇ। ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹ ਆਰਡੀਨੈਂਸ ਲੈ ਕੇ ਆ ਰਹੀ ਹੈ। ਜਦੋਂ ਉਹ ਸੰਸਦ ਦੇ ਵਿੱਚ ਬੈਠਣਗੇ, ਜਦੋਂ ਇਜਲਾਸ ਹੋਵੇਗਾ, ਜਦੋਂ ਇਹਨਾਂ ਆਰਡੀਨੈਂਸਾਂ ਨੇ ਅੱਗੇ ਬਿੱਲ ਬਣਨਾ ਹੈ, ਇਹਨਾਂ ਦੇ ਕਾਨੂੰਨ ਬਣਨਾ ਹੈ, ਤੇ ਉਸ ਵੇਲੇ ਉਹ ਜਿਹੜੇ MP ਸੰਸਦ ਮੈਂਬਰ ਨੇ, ਚਾਹੇ ਉਹ ਸੱਤਾਧਾਰੀ ਪੱਖ ਦੇ ਨੇ ਚਾਹੇ ਵਿਰੋਧੀ ਧਿਰ ਦੇ ਨੇ, ਕੀ ਉਹ ਕਿਸਾਨ ਹਿੱਤਾਂ ਬਾਰੇ ਸੋਚਣਗੇ ਜਾਂ ਉਹ ਸਰਕਾਰ ਬਾਰੇ ਸੋਚਣਗੇ ਕਿ ਆਰਡੀਨੈਂਸ ਦੇ ਹਿੱਤਾਂ ਹੱਕ ਦੇ ਵਿੱਚ ਵੋਟ ਪਾਣੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਵੋਟ ਪਾਉਣੀ ਹੈ? ਇਹ ਉਹਨਾਂ ਵਾਸਤੇ ਇੱਕ ਤਰ੍ਹਾਂ ਦੀ ਪ੍ਰੀਖਿਆ ਦੀ ਘੜੀ ਜਿਹੜੀ ਉਹ ਸਾਬਤ ਹੋ ਸਕਦੀ ਹੈ। ਉਹਨਾਂ ਨੂੰ ਬੜਾ ਸੋਚ ਸਮਝ ਕੇ ਫੈਸਲਾ ਲੈਣਾ ਪਏਗਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਨਿੱਤਰਦੇ ਨੇ ਕਿ ਸਰਕਾਰ ਦੇ ਹੱਕ ਵਿੱਚ ਜਾਂ ਆਰਡੀਨੈਂਸਾਂ ਦੇ ਹੱਕ ਵਿੱਚ ਨਿੱਤਰਦੇ ਨੇ। ਆਰਡੀਨੈਂਸ ਜਿਹੜੇ ਨੇ ਹੁਣ ਤੱਕ ਜੋ ਵੀ ਗੱਲਬਾਤ ਸਾਹਮਣੇ ਆਈ ਹੈ ਦੇਸ਼ ਭਰ ਦੇ ਵਿੱਚ, ਉਹਦੇ ਤੋਂ ਇਹ ਸਾਬਤ ਹੋ ਚੁੱਕਾ ਕਿ ਇਹ ਆਰਡੀਨੈਂਸ ਕਿਸੇ ਵੀ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਮੁਕੰਮਲ ਤੌਰ ਤੇ ਹਿਤੈਸ਼ੀ ਨਹੀਂ ਹੈ। ਬਿਲਕੁਲ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਖਬਰਾਂ ਦੀ ਸਮੀਖਿਆ ਕੀਤੀ, ਲੇਕਿਨ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਵੀ ਧੰਨਵਾਦ।